ਮੇਰੇ ਦਰਸ਼ਕਾਂ ਦਾ ਇਸ ਖਾਸ ਪੇਸ਼ਕਸ਼ ਵਿੱਚ ਬਹੁਤ-ਬਹੁਤ ਸਵਾਗਤ ਦੋਸਤੋ। ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਖਾਸ ਸ਼ਖਸੀਅਤ ਦੇ ਨਾਲ ਰੂਬਰੂ ਕਰਾਵਾਂਗੇ ਜਿਨ੍ਹਾਂ ਨੇ ਪੂਰੀ ਦੁਨੀਆ ਵਿੱਚ ਸਮਾਜ ਸੇਵਾ ਦੇ ਨਾਲ ਆਪਣਾ ਵਿਲੱਖਣ ਨਾਂ ਜਿਹੜਾ ਕੀਤਾ ਹੈ ਔਰ ਪੰਜਾਬ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ ਹੈ। ਮੇਰੀ ਮੁਰਾਦ ਹੈ ਡਾਕਟਰ SP ਸਿੰਘ ਓਬਰਾਏ, ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਆਪਣੇ ਸਮਾਜ ਭਲਾਈ ਕੰਮਾਂ ਦੇ ਨਾਲ ਆਪਣਾ ਨਾਮ ਬਣਾਇਆ ਔਰ ਸਰਬੱਤ ਦਾ ਭਲਾ ਟਰਸਟ ਜਿਹੜਾ ਹੈ ਉਹ ਅੱਜ ਪੂਰੀ ਦੁਨੀਆ ਵਿੱਚ ਇੱਕ ਜਿਹੜੀ ਹੈ ਪਹਿਚਾਣ ਰੱਖਦਾ। ਸੋ ਕੀ ਕੰਮ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਸ਼ੁਰੂਆਤ ਹੋਈ ਔਰ ਕਿਸ ਤਰੀਕੇ ਦੇ ਨਾਲ ਅੱਜ ਸਾਰਾ ਜਿਹੜਾ ਦਰਮਦਾਰ ਜਿਹੜਾ ਹੈ ਸਮਾਜ ਸੇਵਾ ਦਾ ਚੱਲ ਰਿਹਾ, ਸੋ ਉਹਦੇ ਵਾਸਤੇ ਅਸੀਂ ਜਾਣਕਾਰੀ ਹਾਸਲ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਉਹਨਾਂ ਦਾ ਸਰ ਬਹੁਤ ਸਵਾਗਤ ਹੈ। ਸਰ ਸਭ ਤੋਂ ਪਹਿਲਾਂ ਤਾਂ ਤੁਸੀਂ 1975 ਦੇ ਵਿੱਚ ਜਿਸ ਤਰ੍ਹਾਂ ਇੰਜਨ ਮਕੈਨਿਕ ਸੀਗੇ ਔਰ ਉਸ ਤੋਂ ਬਾਅਦ ਤੁਸੀਂ ਪੰਡੋਰ ਡੈਮ ਦੇ ਉੱਤੇ ਹਿਮਾਚਲ ਪ੍ਰਦੇਸ਼ 'ਚ ਕੰਮ ਕੀਤਾ। ਸੋ ਕਿਸ ਤਰੀਕੇ ਦੀ ਸ਼ੁਰੂਆਤ ਤੁਸੀਂ ਉਹਦੇ ਬਾਰੇ ਸਾਨੂੰ ਆਪਣਾ ਪਿਛੋਕੜ ਜਿਹੜਾ ਸਾਡੇ ਦਰਸ਼ਕਾਂ ਨੂੰ। ਦੇਖੋ, ਇਸ ਤਰ੍ਹਾਂ ਕਿ ਮੇਰਾ ਬਚਪਨ ਤੋਂ ਨਾ ਪੜ੍ਹਨ ਵਿੱਚ ਬਿਲਕੁਲ ਧਿਆਨ ਨਹੀਂ ਸੀਗਾ ਜੀ, ਤੇ ਪੜ੍ਹਾਈ ਤੋਂ ਬਹੁਤ ਭੱਜਦਾ ਸੀ ਮੈਂ। ਸੋ ਇਹੀ ਕਾਰਨ ਸੀ ਕਿ ਮੈਂ 1974 ਵਿੱਚ ਨਾ 73-74 ਦੇ ਵਿੱਚ ਮੈਂ ITI ਕੀਤੀ। ITI ਕਰਨ ਤੋਂ ਬਾਅਦ ਫਿਰ ਮੈਂ ਉੱਥੇ ਸਾਡੇ ਵਰਕਸ਼ਾਪ ਸੀ ਤਲਵਾੜਾ ਟਾਊਨਸ਼ਿਪ 'ਚ ਟੈਰਸ ਸੀ, ਉੱਥੇ 1.5 ਸਾਲ ਦਾ ਕੋਰਸ ਕੀਤਾ। ਲੇਕਿਨ ਫਾਦਰ ਸਾਹਿਬ ਦੀ ਜਿੱਦ ਸੀ ਕਿ ਪੜ੍ਹਨਾ ਜ਼ਰੂਰ ਹੈ, ਤੇ ਫਿਰ ਮੈਂ 3 ਸਾਲ ਦੇ ਗੈਪ ਤੋਂ ਬਾਅਦ 10ਵੀਂ ਤੋਂ ਬਾਅਦ ਫਿਰ ਪ੍ਰੈਪ ਵਿੱਚ ਐਡਮਿਸ਼ਨ ਲਈ ਰੋਪੜ ਗੌਰਮੈਂਟ ਕਾਲਜ। ਪ੍ਰੈਪ ਕਰਨ ਤੋਂ ਬਾਅਦ ਫਿਰ ਮੈਂ ਘਰ ਨਹੀਂ ਗਿਆ। ਉਸ ਤੋਂ ਬਾਅਦ ਫਿਰ ਤੁਸੀਂ ਜਦੋਂ ਗੱਲ ਕੀਤੀ ਕਿ 75 ਦੇ ਵਿੱਚ ਪੰਡੋਰ ਡੈਮ ਡਿਸਟ੍ਰਿਕਟ ਮੰਡੀ ਹਿਮਾਚਲ ਪ੍ਰਦੇਸ਼ 'ਚ ਮੈਂ ਜਾ ਕੇ ਉੱਥੇ ਐਜ਼ ਏ ਡੀਜ਼ਲ ਮਕੈਨਿਕ ਤੇ 392 ਰੁਪਏ ਦੀ ਜਿਹੜੀ ਮੇਰੀ ਪਹਿਲੀ ਨੌਕਰੀ ਸੀ, ਉੱਥੋਂ ਮੈਂ ਸ਼ੁਰੂਆਤ ਕੀਤਾ। ਸੋ ਉੱਥੋਂ ਮੇਰੀ ਸ਼ੁਰੂਆਤ ਹੋਈ। ਪੰਡੋਰ ਤੋਂ ਬਾਅਦ ਫਿਰ ਡੈਮ ਕੰਪਲੀਟ ਹੋ ਗਿਆ, ਫਿਰ ਅਸੀਂ ਚੱਲ ਗਏ ਸਲਾਲ ਡੈਮ ਜੀ, ਤੇ ਸਲਾਲ ਡੈਮ ਫਿਰ ਮੈਂ ਸਾਲ ਲਾਇਆ। ਸਾਲ ਲਾਉਣ ਤੋਂ ਬਾਅਦ ਫਿਰ ਮੇਰੀ ਇੰਟਰਵਿਊ ਆ ਗਈ ਦੁਬਈ ਵਾਸਤੇ ਜੀ, ਤੇ ਫਿਰ ਉੱਥੋਂ ਮੈਂ ਦੁਬਈ ਗਿਆ। ਫਿਰ ਦੁਬਈ 4.5 ਸਾਲ ਦੁਬਈ ਵੀ ਐਜ਼ ਏ ਡੀਜ਼ਲ ਮਕੈਨਿਕ ਹੀ ਜੌਬ ਕੀਤੀ। ਬਹੁਤ ਸਾਰੇ ਲੋਕਾਂ ਦੇ ਕੋਲ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਪੈਸਾ ਹੁੰਦਾ, ਲੇਕਿਨ ਸਮਾਜ ਭਲਾਈ ਦੇ ਕੰਮਾਂ ਵਿੱਚ ਸ਼ਾਇਦ ਲੋਕੀ ਟਰਨ ਨਹੀਂ ਹੁੰਦੇ। ਲੇਕਿਨ ਤੁਸੀਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਬਣਾਇਆ ਔਰ ਉਸ ਤੋਂ ਬਾਅਦ ਸਮਾਜ ਭਲਾਈ ਦੇ ਵਿੱਚ ਆਪਣੇ ਆਪ ਨੂੰ ਡੈਡੀਕੇਟ ਕਰਤਾ। ਸੋ ਇੱਧਰ ਨੂੰ ਟਰਨ ਤੁਹਾਡਾ ਕਿਸ ਤਰੀਕੇ ਨਾਲ ਹੋਇਆ ਔਰ ਕਿਸ ਤਰੀਕੇ ਨਾਲ ਤੁਹਾਡੀ ਸੋਚ ਜਿਹੜੀ ਹੈ ਸਰਬੱਤ ਦਾ ਭਲਾ ਨੂੰ ਲੈ ਕੇ ਆਈ? ਦੇਖੋ, ਇੱਦਾਂ ਹੈ ਕਿ ਹਰ ਇਨਸਾਨ ਦੀ ਲਾਈਫ 'ਚ ਨਾ ਜੀ ਇੱਕ ਟਾਈਮ ਆਉਂਦਾ ਹੈ ਜਦੋਂ ਬੰਦਾ ਸੋਚਦਾ ਕਿ ਯਾਰ ਹੁਣ ਬਹੁਤ ਕਮਾ ਲਿਆ, ਬਹੁਤ ਕੰਮ ਕਰ ਲਿਆ, ਹੁਣ ਇਹ ਮੌਕਾ ਇਸ ਲਈ ਟਾਈਮ ਹੈ ਕਿ ਅਸੀਂ ਸਮਾਜ ਨੂੰ ਵਾਪਸ ਕਰੀਏ ਜੀ। ਸੋ ਇਹੀ ਚੀਜ਼ ਜਿਹੜੀ ਸੀ ਇਹ ਭਾਣਾ ਮੇਰੇ 'ਤੇ ਵਰਤਿਆ। ਮੈਂ ਵੀ ਆਪਣੇ ਆਫਿਸ ਬੈਠਾ ਸੀ ਜਿਹੜੇ ਸਭ ਤੋਂ ਪਹਿਲਾਂ ਮੈਂ ਪੇਪਰ ਪੜ੍ਹਿਆ। ਇਹ 30 ਮਾਰਚ 2010 ਦੀ ਗੱਲ ਹੈ, ਜਦੋਂ ਮੇਨ ਖਬਰ ਸੀ ਸਾਰੇ ਵਰਲਡ ਵਿੱਚ ਕਿ 17 ਭਾਰਤੀਆਂ ਨੂੰ ਇੱਕ ਪਾਕਿਸਤਾਨੀ ਨਾਗਰਿਕ ਮਿਸ਼ਰੀ ਖਾਨ ਦੇ ਕਤਲ ਦੇ ਕੇਸ ਵਿੱਚ ਫਾਂਸੀ ਸਜ਼ਾ ਸੁਣਾ ਦਿੱਤੀ ਗਈ ਜੀ। ਸੋ ਇਹ ਖਬਰ ਪੜ੍ਹ ਕੇ ਮੈਂ ਫਿਰ ਪਰਮਿਸ਼ਨ ਲੈ ਕੇ ਉਹਨਾਂ ਨੂੰ ਮਿਲਣ ਗਿਆ। ਮਿਲਣ ਤੋਂ ਬਾਅਦ ਫਿਰ ਮੈਂ ਮਨ ਬਣਾਇਆ ਆਪਣਾ ਕਿ ਕੇਸ ਲੜਾਂਗਾ। ਫਿਰ ਮੈਂ ਵਾਪਸ ਪੰਜਾਬ ਆਇਆ, ਉਹਨਾਂ ਸਾਰਿਆਂ ਦੇ ਘਰਾਂ 'ਚ ਗਿਆ। ਸੋ ਉਹ ਫਿਰ ਪੌਣੇ 3 ਸਾਲ ਕੇਸ ਲੜ ਕੇ ਤੇ ਉਹਨਾਂ ਨੂੰ ਫਿਰ ਅਸੀਂ ਫਰਵਰੀ 2013 ਦੇ ਵਿੱਚ 17 ਬੰਦਿਆਂ ਨੂੰ ਫਾਂਸੀ ਮਾਫ ਕਰਵਾ ਕੇ ਤੇ ਮੈਂ ਪੰਜਾਬ ਲੈ ਕੇ ਆਇਆ। ਦਰਬਾਰ ਸਾਹਿਬ ਉਹਨਾਂ ਦੀ ਫੈਮਿਲੀ ਨੂੰ ਬੁਲਾ ਕੇ ਤੇ ਉਹਨਾਂ ਦੇ ਹਵਾਲੇ ਕੀਤਾ। ਇਹ ਸਿਲਸਿਲਾ ਫਿਰ ਉੱਥੇ ਬੰਦ ਨਹੀਂ ਹੋਇਆ ਕਿਉਂਕਿ ਜੇਲ੍ਹਾਂ ਦੇ ਵਿੱਚ ਮੇਰਾ ਨੰਬਰ ਚਲਾ ਗਿਆ। ਕੇਸਿਸ ਬਹੁਤ ਸਾਰੇ ਸੀਗੇ। ਫਿਰ ਮੈਂ 26-27 ਕੇਸ ਜਿਹੜੇ ਸੀ ਮੈਂ ਉਹ ਲਏ ਆਪਣੇ ਕੋਲ। ਸਾਰੇ ਗਰੁੱਪ ਫਾਈਟਿੰਗ ਦੇ ਕੇਸ ਸੀ, ਸਾਰੇ ਮਰਡਰ ਕੇਸ ਸੀਗੇ ਲੇਕਿਨ ਸੀਗੇ ਗਰੁੱਪ ਫਾਈਟਿੰਗ, ਕਿਸੇ ਨੇ ਇੰਟੈਂਸ਼ਨਲੀ ਕਿਸੇ ਨੂੰ ਮਾਰਿਆ ਨਹੀਂ ਸੀਗਾ। ਇਸ ਕਰਕੇ ਮੈਂ ਕੇਸ ਸਾਰੇ ਲਏ ਹੋ ਤੇ ਉਹਨਾਂ 'ਚ 129 ਦੇ ਕਰੀਬ ਬੰਦੇ ਸੀ ਜਿਨ੍ਹਾਂ ਦਾ ਮੈਂ ਕੇਸ ਕਰ ਰਿਹਾ ਸੀ। 109 ਬੱਚੇ ਜਿਹੜੇ ਉਹਨਾਂ 'ਚੋਂ ਜਿਨ੍ਹਾਂ ਨੂੰ ਫਾਂਸੀ ਸਜ਼ਾ ਸੀ ਜਾਂ ਉਮਰ ਕੈਦ ਦੀ ਸਜ਼ਾ ਸੀ ਉਹ ਸਾਰੇ ਮਾਫ ਹੋ ਚੁੱਕੇ ਹੈ ਔਰ ਸਾਰੇ ਆਪਣੇ ਆਪਣੇ ਘਰਾਂ ਜਾ ਚੁੱਕੇ ਨੇ। ਇਹਨਾਂ ਸਾਰਿਆਂ ਲਈ ਸਾਨੂੰ ਜਿਹੜੀ ਉਹ ਬਲੱਡ ਮਨੀ, ਜਿਹਨੂੰ ਦੀਆ ਮਨੀ ਕਹਿੰਦੇ ਆ, ਉਹ ਕਾਫੀ ਕਰੋੜਾਂ ਵਿੱਚ ਮੈਨੂੰ ਪੇ ਕਰਨੀ ਪਈ। ਸਭ ਤੋਂ ਵੱਧ ਜਿਹੜਾ ਮੈਨੂੰ ਪੇ ਕਰਨਾ ਪਿਆ ਸੀ ਉਹ ਸਿਰਫ 17 ਬੰਦਿਆਂ ਦੀ ਜਿਹੜੀ ਫਾਂਸੀ ਮਾਫ ਕਰਾਈ ਸੀ। ਉਹ 'ਚ $1.4 ਮਿਲੀਅਨ ਇਹ ਬਲੱਡ ਮਨੀ ਇਹ ਪੇ ਕਰਕੇ ਉਹਨਾਂ ਦੀ ਮੈਂ ਜਿਹੜੀ ਲਾਈਫ ਬਚਾ ਕੇ ਰਿਹਾ ਸੀ। ਉਹ ਟਾਈਮ ਸੀ ਜਿੱਥੋਂ ਕਿ ਇਹ ਮੋੜ ਪਿਆ ਔਰ ਸਹੀ ਮੋੜ ਉਦੋਂ ਪਿਆ ਜਦੋਂ ਕਿ ਮੈਂ ਪਿੰਡਾਂ ਵਿੱਚ ਗਿਆ ਸੀ। ਪਿੰਡਾਂ ਜਾ ਕੇ ਦੇਖਿਆ ਕਿ ਬਹੁਤ ਬੁਰੀ ਹਾਲਤ ਹੈ ਲੋਕਾਂ ਦੀ, ਅੱਖਾਂ ਦੇ ਇਲਾਜ ਨਹੀਂ ਕਰਾ ਪਾ ਰਹੇ, ਮਹਿੰਗੇ ਬੜੇ ਆ। ਕਿਡਨੀ ਦੇ ਪੇਸ਼ੈਂਟ ਨੇ ਜਿਹੜੇ ਕਿ ਡਾਇਲਿਸਿਸ ਨਹੀਂ ਕਰਾ ਪਾ ਰਹੇ, ਉਹਨਾਂ ਦੀ ਡੈਥ ਹੋ ਰਹੀ ਹੈ। ਉਸ ਤੋਂ ਬਾਅਦ ਲੈਬੋਰਟਰੀਜ਼ ਹੈਗੀਆਂ, ਟੈਸਟ ਨਹੀਂ ਲੋਕੀ ਕਰਾ ਰਹੇ, ਟੈਸਟ ਇੰਨੇ ਮਹਿੰਗੇ ਹੋ ਚੁੱਕੇ ਆ। ਇੱਕਦਮ ਪਤਾ ਲੱਗਦਾ ਕਿ ਬੰਦੇ ਨੂੰ ਹਾਰਟ ਅਟੈਕ ਹੋ ਗਿਆ, ਬੰਦੇ ਨੂੰ ਲੰਗਸ ਕੈਂਸਰ ਹੈਗੀ ਹੈ ਜੀ। ਤੇ ਇਹ ਇਸ ਕਰਕੇ ਨਾ ਜੀ ਵਿਚਾਰਨ ਦੀ ਲੋੜ ਸੀ ਜੀ। ਫਿਰ ਜਿਹੜੇ ਸਾਡੇ ਪੜ੍ਹੇ ਲਿਖੇ ਬੱਚੇ ਸੀ ਇਹ ਡਿਪਰੈਸ਼ਨ 'ਚ ਜਾ ਰਹੇ ਸੀ, ਨਸ਼ਿਆਂ 'ਚ ਜਾ ਰਹੇ ਸੀ। ਕਾਫੀ ਕੁਛ ਜਿਹੜਾ ਉਹ ਦੇਖਣ ਨੂੰ ਮਿਲਿਆ ਪਿੰਡਾਂ ਦੇ ਵਿੱਚ। ਸੋ ਉਸ ਚੀਜ਼ ਨੇ ਜਿਹੜਾ ਸੀ ਉਹ ਮੇਰੇ ਦਿਮਾਗ 'ਤੇ ਬੜਾ ਅਸਰ ਕੀਤਾ
ਕਿ ਯਾਰ ਅਸੀਂ ਤਾਂ ਸਭ ਕੁਝ ਕਮਾ ਲਿਆ ਔਰ ਬੜਾ ਇੰਜੋਏ ਕਰ ਰਹੇ ਹਾਂ, ਤੇ ਇੱਧਰ ਪਿੱਛੇ ਸਾਨੂੰ ਹੁਣ ਟਾਈਮ ਹੈ ਕਿ ਅਸੀਂ ਇੱਥੇ ਕੋਈ ਟਰਸਟ ਕਾਇਮ ਕਰੀਏ, ਕੁਝ ਇਸ ਤਰ੍ਹਾਂ ਦੀ ਇੱਥੇ ਲਹਿਰ ਚਲਾਈਏ ਕਿ ਅਸੀਂ ਇਹਨਾਂ ਜੋ ਲੋੜਵੰਦ ਹੈਗੇ ਆ, ਚਾਹੇ ਉਹ ਐਜੂਕੇਸ਼ਨ 'ਚ ਨੇ, ਚਾਹੇ ਹੈਲਥ ਵਿੱਚ ਹੈ, ਚਾਹੇ ਕਿਸੇ ਤਰੀਕੇ ਨਾਲ ਵੀ ਹੈ, ਵੀ ਅਸੀਂ ਉਹਨਾਂ ਦੀ ਹੈਲਪ ਕਰ ਸਕੀਏ। ਤਾਂ ਸਾਨੂੰ ਫਿਰ ਟਰਸਟ ਬਣਾਉਣ ਦੀ ਜਿਹੜੀ ਲੋੜ ਪਈ, ਔਰ ਇਹ ਅਸੀਂ 26 ਅਗਸਤ 2012 ਨੂੰ ਫਿਰ ਜਿਹੜਾ ਸੀ ਪਟਿਆਲੇ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ, ਇਹ ਇੱਥੇ ਅਸੀਂ ਕੰਮ ਕੀਤਾ। ਅੱਜ ਦੀ ਗੱਲ ਅਗਰ ਗੌਰ ਕਰੀਏ ਤਾਂ ਪੂਰੀ ਦੁਨੀਆ ਦੇ ਵਿੱਚ ਮਹਾਮਾਰੀ ਦਾ ਦੌਰ ਚੱਲ ਰਿਹਾ, ਕੋਵਿਡ ਮਹਾਮਾਰੀ। ਸੋ ਕੋਵਿਡ ਨੇ ਪੂਰੀ ਦੁਨੀਆ ਨੂੰ ਆਰਥਿਕ ਤੌਰ ਦੇ ਉੱਤੇ ਔਰ ਮਾਨਸਿਕ ਤੌਰ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ। ਤੁਸੀਂ ਇਸ ਬਿਮਾਰੀ ਨੂੰ ਓਵਰਆਲ ਤੁਹਾਡਾ ਕੀ ਨਜ਼ਰੀਆ, ਕੀ ਪਰਸੈਪਸ਼ਨ ਹੈ, ਕਿਸ ਤਰੀਕੇ ਨਾਲ ਦੇਖਦੇ ਹੋ ਓਵਰਆਲ? ਦੇਖੋ, ਮੈਂ 12 ਮਾਰਚ ਨੂੰ ਆਇਆ ਸੀ ਉੱਥੋਂ ਦੁਬਈ ਤੋਂ ਜੀ। 18-19 ਤਰੀਕ ਨੂੰ ਮੈਂ ਵਾਪਸ ਜਾਣਾ ਸੀ, ਲੇਕਿਨ ਜਦੋਂ ਇਹ ਕਰੋਨਾ ਦਾ ਕਹਿਰ ਦੇਖਿਆ ਕਿ ਇਹ ਤਾਂ ਫੈਲਦਾ ਜਾ ਰਿਹਾ ਜੀ, ਔਰ ਮੈਨੂੰ ਉਦੋਂ ਮਹਿਸੂਸ ਹੋ ਗਿਆ ਸੀ ਕਿ ਮੇਰੀ ਲੋੜ ਦੁਬਈ 'ਚ ਨਹੀਂ ਹੈ, ਅੱਜ ਮੈਨੂੰ ਇੱਥੇ ਲੋੜ ਹੈ ਮੇਰੀ, ਕਿਉਂਕਿ ਟਰਸਟ ਸਾਡੇ ਦਾ ਹੁਣ ਮੌਕਾ ਹੈ ਵੀ ਹੁਣ ਅਸੀਂ ਸੰਭਾਲੀਏ ਜੀ। ਦੂਸਰਾ ਇਹ ਵੀ ਮੈਨੂੰ ਨਜ਼ਰ ਆ ਰਿਹਾ ਸੀ ਕਿ ਇਹ ਜਿਹੜੀ ਮਹਾਮਾਰੀ ਚੱਲੀ ਹੈ ਇਹ 15-20 ਦਿਨ ਜਾਂ ਮਹੀਨੇ 'ਚ ਬੰਦ ਨਹੀਂ ਹੋਣੀ, ਇਹ ਲੰਮੀ ਚਲੇਗੀ ਜੀ। ਫਿਰ ਅਸੀਂ ਆਪਣੇ ਬਜਟ ਵੀ ਰੱਖੇ। ਸਭ ਤੋਂ ਪਹਿਲਾਂ ਤਾਂ ਆਰਡਰ ਦਿੱਤੇ ਅਸੀਂ ਮੈਡੀਕਲ ਇਕਵਿਪਮੈਂਟ ਦੇ ਜੀ। ਫਿਰ ਅਸੀਂ 20 ਵੈਂਟੀਲੇਟਰ ਦਾ ਆਰਡਰ ਦਿੱਤਾ ਜੀ। ਵੈਂਟੀਲੇਟਰ ਟਾਈਮ 'ਤੇ ਮੇਰੇ ਕੋਲ ਪਹੁੰਚ ਗਏ। ਜਿਸ ਤਰ੍ਹਾਂ ਇਹ ਸਟਾਰਟ ਹੋਇਆ, ਨਵਾਂ ਸ਼ਹਿਰ ਤੋਂ ਸਟਾਰਟ ਹੋਇਆ ਸੀ, ਅਸੀਂ 2 ਯੂਨਿਟ ਜਿਹੜੇ ਉਹ ਨਵਾਂ ਸ਼ਹਿਰ, 2 ਹੁਸ਼ਿਆਰਪੁਰ ਦੇ ਦਿੱਤੇ ਜੀ। ਉਸ ਤੋਂ ਬਾਅਦ ਟਾਂਡਾ ਹਸਪੀਟਲ ਹੈ, ਉੱਥੇ ਵੈਸੇ ਵੀ ਸਾਡੇ 5 ਯੂਨਿਟ ਸਾਡੇ ਡਾਇਲਸਿਸ ਦੇ ਚੱਲ ਰਹੇ ਨੇ ਉੱਥੇ। ਸੋ ਉੱਥੇ ਜਿਹੜੇ ਵੈਂਟੀਲੇਟਰ ਦਿੱਤੇ ਗਏ, ਫਿਰ ਗੁਰਦਾਸਪੁਰ ਦਿੱਤੇ ਗਏ, ਫਿਰ ਅੰਮ੍ਰਿਤਸਰ, ਫਿਰ ਤਰਨਤਾਰਨ ਹੋ ਗਿਆ, ਫਿਰ ਮੁਕਤਸਰ ਸਾਹਿਬ ਹੋ ਗਿਆ, ਇੱਧਰ ਹਰਿਆਣੇ ਵਿੱਚ, ਇੱਥੇ ਅਸੀਂ ਇਹ ਜਿਹੜੇ ਵੈਂਟੀਲੇਟਰ ਦਿੱਤੇ। ਦੂਸਰਾ ਜਿਹੜੇ ਪ੍ਰੋਟੈਸਟ ਸ਼ੁਰੂ ਹੋ ਗਏ ਸੀ, ਸਭ ਤੋਂ ਪਹਿਲਾਂ ਪ੍ਰੋਟੈਸਟ ਜਿਹੜਾ ਉਹ ਅੰਮ੍ਰਿਤਸਰ 'ਚ ਹੋਇਆ, ਉਸ ਤੋਂ ਬਾਅਦ ਫਿਰ ਜਲੰਧਰ ਹੋਇਆ ਸਿਵਲ ਹਸਪੀਟਲ ਦੇ ਵਿੱਚ। ਉਹ ਡਾਕਟਰ ਬਿਲਕੁਲ ਆਪਣੀ ਜਗ੍ਹਾ ਸਹੀ ਸੀ ਵੀ ਅਸੀਂ ਇਹ ਮੌਤ ਨਾਲ ਲੜਨ ਜਾ ਰਹੇ ਹਾਂ, ਤੇ ਸਾਡੇ ਆਪਣੀ ਕੋਈ ਪ੍ਰੋਟੈਕਸ਼ਨ ਨਹੀਂ ਹੈ, ਸਾਡੇ ਕੋਲ ਕੋਈ ਕਿਟ ਨਹੀਂ ਹੈ, PPE ਕਿਟ ਨਹੀਂ ਸੀ ਉਹਨਾਂ ਕੋਲ। ਉਹ ਮੈਂ ਫਿਰ ਬਲਕ ਵਿੱਚ ਆਰਡਰ ਦਿੱਤਾ ਸੀਗਾ, ਤੇ ਉਹਨਾਂ ਦਿਨਾਂ 'ਚ ਮੇਰੇ ਕੋਲ ਆ ਵੀ ਗਿਆ ਸਾਰਾ ਸਟਾਕ। ਹੁਣ ਫਿਰ ਅਸੀਂ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਜੀ PGI ਰਜਿੰਦਰਾ ਹਸਪੀਟਲ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਜਾਂ ਗਵਰਨਮੈਂਟ ਕਾਲਜ ਅੰਮ੍ਰਿਤਸਰ। ਇੱਥੇ ਜਿਹੜੇ ਸੀ 4 ਸਾਡੇ ਜਿਹੜੇ ਮੈਡੀਕਲ ਕਾਲਜਸ ਹੈ, ਸਭ ਤੋਂ ਪਹਿਲਾਂ ਅਸੀਂ ਸਪਲਾਈ ਇਹਨਾਂ ਨੂੰ ਕੀਤੀ, ਜਿਨ੍ਹਾਂ ਵਿੱਚ ਅਸੀਂ 1000 PPE ਕਿੱਟਾਂ ਹੋ ਗਈਆਂ। ਉਸ ਤੋਂ ਬਾਅਦ ਤੁਹਾਡੇ N95 ਮਾਸਕ ਹੋ ਗਏ, ਸੈਨੀਟਾਈਜ਼ਰਸ ਹੋ ਗਏ, ਸਾਡੇ ਹੈਂਡ ਗਲਵਜ਼ ਹੋ ਗਏ, ਈਵਨ ਤੁਹਾਡੇ ਇਨਫਰਾਰੈਡ ਥਰਮਾਮੀਟਰਸ ਹੋ ਗਏ। ਸੋ ਇਹਨਾਂ ਚੀਜ਼ਾਂ ਦੀ ਲੋੜ ਸੀ ਸਾਰੀ, ਤੇ ਇਹ ਚੀਜ਼ਾਂ ਸਾਰੀਆਂ ਅਸੀਂ ਸਪਲਾਈ ਪਹਿਲਾਂ ਕੀਤੀਆਂ ਕਾਲਜਸ ਵਿੱਚ। ਫਿਰ ਦੇਖਿਆ ਕਿ ਹੁਣ ਸਿਵਲ ਹਸਪੀਟਲ ਕਿੰਨੇ ਆ, ਕਿਉਂਕਿ ਉੱਥੇ ਵੀ ਲੋੜ ਸੀ। ਫਿਰ ਅਸੀਂ ਪੰਜਾਬ ਦੇ ਸਾਰੇ ਸਿਵਲ ਹਸਪੀਟਲ ਕਵਰ ਕੀਤੇ। ਹਰ ਸਿਵਲ ਹਸਪੀਟਲ ਵਿੱਚ ਸਾਡੀਆਂ ਕਿੱਟਾਂ ਵੀ ਗਈਆਂ, ਸੈਨੀਟਾਈਜ਼ਰ ਵੀ ਗਏ, ਮਾਸਕ ਵੀ ਗਏ। ਫਿਰ ਆ ਗਿਆ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ, ਜਿਨ੍ਹਾਂ ਨੇ ਬਹੁਤ ਕੰਮ ਕੀਤਾ ਇਸ ਮਹਾਮਾਰੀ ਵਿੱਚ। ਹੁਣ ਜੇ ਕਿਸੇ ਦੀ ਡੈਥ ਹੋ ਗਈ, ਤੁਹਾਡੇ ਸਾਹਮਣੇ ਹੈ, ਅੰਮ੍ਰਿਤਸਰ ਵੀ ਡੈਥਾਂ ਹੋਈਆਂ, ਲੁਧਿਆਣੇ ਵੀ ਹੋਈਆਂ। ਫੈਮਿਲੀ ਨੇ ਨਾ ਕਰਤੀ ਕਿ ਅਸੀਂ ਸੰਸਕਾਰ ਨਹੀਂ ਕਰਨਾ, ਉਹ ਸੰਸਕਾਰ ਪੁਲਿਸ ਮੁਲਾਜ਼ਮਾਂ ਨੂੰ ਕਰਨਾ ਪਿਆ। ਹੁਣ ਜਿਹੜਾ ਪੁਲਿਸ ਮੁਲਾਜ਼ਮ ਜਾਏਗਾ ਤੇ ਉਹਦੇ ਕੋਲ ਆਫ ਕੋਰਸ ਕਿੱਟ ਚਾਹੀਦੀ ਹੈ ਉਹਦੇ ਕੋਲ। ਫਿਰ ਅਸੀਂ ਜਿੰਨੇ ਵੀ ਸਾਡੇ SSP ਆਫਿਸ ਹੈ, 26 ਦੇ 26 ਆਫਿਸ ਜਿਹੜੇ ਡਿਸਟ੍ਰਿਕਟ, ਉਹਨਾਂ ਨੂੰ ਅਸੀਂ ਇਹ ਸਾਰੀਆਂ ਚੀਜ਼ਾਂ ਪ੍ਰੋਵਾਈਡ ਕੀਤੀਆਂ। ਸੈਨੀਟਾਈਜ਼ਰ ਜ਼ਿਆਦਾ ਪ੍ਰੋਵਾਈਡ ਕੀਤੇ ਕਿ ਤਾਂ ਜੋ ਉਹਨਾਂ ਨੇ ਨਾਕਿਆਂ 'ਤੇ ਵੀ ਜਾਣਾ, ਸੋ ਉਹਨਾਂ ਨੂੰ ਅਸੀਂ ਕਾਫੀ ਇਹ ਸਪਲਾਈ ਕੀਤਾ। ਫਿਰ ਡਿਸਟ੍ਰਿਕਟ ਪ੍ਰਸ਼ਾਸਨ ਨੂੰ ਜਿਹੜਾ ਦਿੱਤਾ ਗਿਆ। ਸਰ, ਮਹਾਮਾਰੀ ਦੇ ਵਿੱਚ ਬਹੁਤ ਸਾਰੇ ਬਾਹਰ ਵਿਦੇਸ਼ ਵਿੱਚ ਲੋਕ ਸੀਗੇ, ਚਾਹੇ UAE ਦੇ ਵਿੱਚ ਸੀਗੇ, ਕੰਮ ਧੰਦੇ ਵੀ ਬੰਦ ਹੋ ਗਏ, ਔਰ ਕਈ ਵਾਰੀ ਇਹੋ ਜਿਹਾ ਹੋਇਆ ਕਿ ਕਿਸੇ ਨੂੰ ਇਸ ਮਹਾਮਾਰੀ ਨੇ ਨਿਗਲ ਵੀ ਲਿਆ, ਉਸ ਕਰੋਨਾ ਕਰਕੇ ਮੌਤ ਵੀ ਹੋ ਗਈ। ਸੋ ਉਹਨਾਂ ਦੀ ਡੈਡ ਬੋਡੀ ਨੂੰ ਭਾਰਤ ਲੈ ਕੇ ਆਉਣਾ, ਇਹ ਬਹੁਤ ਵੱਡਾ ਚੈਲੰਜ ਹੈ, ਔਰ ਇਸ ਦੇ ਵਿੱਚ ਵੀ ਤੁਸੀਂ ਲੋਕਾਂ ਦੀ ਬਾਂਹ ਫੜੀ ਔਰ ਲੋਕਾਂ ਦੀ ਸਹਾਇਤਾ ਕੀਤੀ। ਸੋ ਉਹਦੇ ਬਾਰੇ ਵੀ ਥੋੜ੍ਹਾ ਜਿਹਾ। UAE 'ਚੋਂ ਲੋਕਾਂ ਨੇ ਮੈਨੂੰ ਉੱਥੇ ਵੀ ਅਪਰੋਚ ਕੀਤੀ, ਸਾਡੀ ਟੀਮ ਨੂੰ ਜੀ। ਮੇਰਾ ਨੰਬਰ ਸਾਰਿਆਂ ਕੋਲ ਹੈ, ਕਿਉਂਕਿ ਜੇਲ੍ਹਾਂ 'ਚ ਬੜੇ ਕੰਮ ਕੀਤੇ ਨੇ ਸਾਰੇ, ਬਹੁਤ ਸਭ ਨੂੰ ਪਤਾ ਕਿ ਇਹ ਹੈਲਪ ਕਰਦੀ ਹੈ ਟਰਸਟ ਹੈ। ਤਾਂ ਮੈਨੂੰ ਅਪਰੋਚ ਕਰਨੀ ਸ਼ੁਰੂ ਕੀਤੀ, ਅਤੇ ਮੈਨੂੰ ਹੁਣ ਇਹ ਕਿਹਾ ਗਿਆ ਕਿ ਸਾਊਥ ਵੱਲੋਂ ਜਿਹੜੇ NGOs ਹੈਗੀਆਂ ਨਾ, ਉਹ ਚਾਰਟਰਡ ਪਲੇਨ ਲੈ ਕੇ ਆਪਣੇ ਬੰਦਿਆਂ ਨੂੰ ਲਿਜਾ ਰਹੀਆਂ ਨੇ ਜੀ। ਅਤੇ ਪੰਜਾਬ 'ਚ ਕਿਉਂ ਨਹੀਂ ਐਸਾ ਹੋ ਰਿਹਾ ਵੀ ਪੰਜਾਬ 'ਚ ਵੀ ਤੁਸੀਂ ਬੈਠੇ ਹੋ ਅਤੇ ਕੁਝ ਸਾਡੇ ਬਾਰੇ ਸੋਚੋ, ਅਸੀਂ ਆਉਣਾ ਚਾਹੁੰਦੇ ਹਾਂ, ਸਾਡੇ ਕੋਲ ਜੋਬ ਨਹੀਂ ਹੈ ਜੀ। ਜੋਬਸ ਖਤਮ ਹੋ ਗਈਆਂ ਉਹਨਾਂ ਕੋਲ, ਸੈਲਰੀ ਤਾਂ ਕਈਆਂ ਬੰਦਿਆਂ ਨੂੰ 4-4 5 ਮਹੀਨੇ ਸੈਲਰੀ ਨਹੀਂ ਮਿਲੀ, ਕਈਆਂ ਕੋਲ ਤਾਂ ਛੱਤ ਨਹੀਂ ਹੈਗੀ, ਅਕੋਮੋਡੇਸ਼ਨ ਵੀ ਨਹੀਂ ਰਹੀ, ਕਿਉਂਕਿ ਕੰਪਨੀਆਂ ਬੰਦ ਹੋ ਗਈਆਂ, ਮਾਲਕ ਭੱਜ ਗਏ, ਉਹ ਬੰਦੇ ਰੋਡ 'ਤੇ ਆ ਗਏ। ਇਸ ਚੀਜ਼ ਨੂੰ ਦੇਖਦਿਆਂ ਫਿਰ ਟਰਸਟ ਵੱਲੋਂ ਅਸੀਂ ਜੁਲਾਈ ਮਹੀਨੇ 'ਚ ਮੈਂ 4 ਜਿਹੜੇ ਸੀ ਚਾਰਟਰਡ ਪਲੇਨ ਹਾਇਰ ਕੀਤੇ। ਪਹਿਲਾ ਪਲੇਨ ਮੈਂ ਲੈ ਕੇ ਆਇਆ ਉੱਥੋਂ ਦੀ 177 ਬੰਦਿਆਂ ਨੂੰ, ਚੰਡੀਗੜ੍ਹ ਲੈ ਕੇ ਆਇਆ 7 ਜੁਲਾਈ ਨੂੰ। 13 ਜੁਲਾਈ ਨੂੰ ਫਿਰ ਅੰਮ੍ਰਿਤਸਰ ਲੈ ਕੇ ਆਇਆ 174 ਬੰਦੇ। ਤੀਸਰਾ ਫਿਰ ਜਿਹੜਾ ਪਲੇਨ ਸੀ ਉਹ 22 ਤਰੀਕ ਨੂੰ ਮੈਂ ਫਿਰ ਚੰਡੀਗੜ੍ਹ ਲੈ ਕੇ ਆਇਆ, ਉਹ 'ਚ 177 ਸੀਗੇ। ਅਤੇ ਹੁਣ ਜਿਹੜਾ ਇੱਕ ਪਲੇਨ, ਕਿਉਂਕਿ ਉੱਥੇ ਹੁਣ ਸਾਡਾ ਆਉਣਾ ਸੀ 30 ਤਰੀਕ ਨੂੰ ਪਲੇਨ, ਲੇਕਿਨ ਛੁੱਟੀਆਂ ਆ ਗਈਆਂ ਈਦ ਦੀਆਂ,
ਤੇ ਈਦ ਦੀ ਛੁੱਟੀਆਂ ਕਰਕੇ ਪਾਸਪੋਰਟ ਵਗੈਰਾ ਨਹੀਂ ਮਿਲ ਸਕਦੇ ਸੀ ਤੇ ਅਸੀਂ ਫਿਰ ਫਲਾਈਟ ਅੱਗੇ ਕੀਤੀ। ਹੁਣ 6 ਤਰੀਕ ਨੂੰ ਜਿਹੜਾ ਇੱਕ ਪਲੇਨ ਸਾਡਾ 180 ਬੰਦੇ ਲੈ ਕੇ ਉਹ ਚੰਡੀਗੜ੍ਹ ਆ ਰਿਹਾ, ਜਿਹੜੇ ਸਾਡੇ ਚਾਰਟਰਡ ਪਲੇਨ ਕੀਤੇ ਨਾ ਜੀ। ਇਹ 'ਚ 4 ਕੈਟਾਗਰੀਆਂ ਨੇ। ਜਿਹੜੀ ਪਹਿਲੀ ਕੈਟਾਗਰੀ ਆ ਉਹ ਤੇ ਸੀ ਕਿ ਜਿਹੜੇ ਟੂਰਿਸਟ ਵੀਜ਼ੇ ਤੇ ਗਏ ਸੀ, ਘੁੰਮਣ ਫਿਰਨ ਗਏ ਸੀ, ਉਹਨਾਂ ਕੋਲ ਪੈਸਾ ਵੀ ਸੀਗਾ ਲੇਕਿਨ ਉੱਥੇ ਜਾ ਕੇ ਫਸ ਗਏ। 3.5 ਮਹੀਨੇ ਤੋਂ ਉੱਥੇ ਉਹ ਲੋਕਡਾਊਨ 'ਚ ਰਹੇ। ਹੁਣ ਉਹ ਵਾਪਸ ਆਉਣਾ ਚਾਹੁੰਦੇ ਸੀ, ਉਹ ਕਹਿੰਦੇ ਸੀ ਜਿੰਨੀ ਵੀ ਟਿਕਟ ਲੱਗੇ ਅਸੀਂ ਦੇ ਦੇਵਾਂਗੇ। ਸੋ ਉਹਨਾਂ ਨੇ ਟਿਕਟ ਪੂਰੀ ਖਰਚੀ ਆਪਣੀ। ਦੂਸਰੀ ਜਿਹੜੇ ਸੀਗੇ ਕੈਟਾਗਰੀ ਕੰਪਨੀ ਜਿਹੜੀਆਂ ਅੱਛੀਆਂ ਸੀਗੀਆਂ, ਜਿਨ੍ਹਾਂ ਨੇ ਸਟਾਫ ਨੂੰ ਕੋਈ ਟਰਮੀਨੇਟ ਕਰਨਾ ਸੀ ਜਾਂ ਸਟਾਫ ਨੂੰ ਛੁੱਟੀ ਭੇਜਣਾ ਸੀ, ਉਹਨਾਂ ਨੇ ਕਿਹਾ ਕਿ ਸਾਨੂੰ ਤੁਸੀਂ ਇੰਤਜ਼ਾਮ ਕਰੋ ਤੇ ਕੁਝ % ਬੰਦੇ ਸਾਡੇ ਵੀ ਲੈ ਕੇ ਜਾਓ। ਉਹ ਲੈ ਗਏ। ਕੁਝ ਸਾਡੇ ਕੋਲ ਬਜ਼ੁਰਗ ਲੇਡੀ ਸੀਗੀ, ਬਜ਼ੁਰਗ ਸੀਗੇ, ਸਾਰੇ ਬੱਚੇ ਸੀਗੇ, ਉਹਨਾਂ ਨੂੰ ਲਿਆਉਣਾ ਸਾਡਾ ਫਰਜ਼ ਬਣਦਾ ਸੀ ਪਹਿਲਾਂ ਕਿ ਅਸੀਂ ਉਹਨਾਂ ਨੂੰ ਵੀ ਕੱਢੀਏ ਇੱਥੋਂ ਦੀ। ਤੀਸਰੀ ਕੈਟਾਗਰੀ ਉਹ ਸੀ ਜਿਨ੍ਹਾਂ ਕੋਲ ਕਿਸੇ ਕੋਲ 500 ਦਰਾਮ, ਕਿਸੇ ਕੋਲ 800 ਦਰਾਮ, ਕਿਸੇ ਕੋਲ 200 ਦਰਾਮ ਸੀ, ਕਿ ਜਿੰਨਾ ਕੋਲ ਉਹਨਾਂ ਨੇ ਬਚਾ ਕੇ ਰੱਖਿਆ ਸੀ ਲੇਕਿਨ ਟਿਕਟ ਮਹਿੰਗੀ ਹੋ ਗਈ। ਟਿਕਟ 1100-1200 ਦਰਾਮ ਦੀ ਤੇ ਉਹਨਾਂ ਕੋਲ ਪੈਸੇ ਘੱਟ ਸੀਗੇ। ਫਿਰ ਸਾਨੂੰ ਉਹਨਾਂ ਨੇ ਕੰਟੈਕਟ ਕੀਤਾ ਤੇ ਮੈਂ ਕਿਹਾ ਜਿੰਨੇ ਪੈਸੇ ਤੁਹਾਡੇ ਕੋਲ ਹੈਗੇ ਆ ਮੇਰੇ ਦਫ਼ਤਰ ਜਮ੍ਹਾਂ ਕਰਾ ਦਿਓ ਉੱਥੇ, ਬਾਕੀ ਪੈਸੇ ਸ਼ਾਰਟਫਾਲ ਅਸੀਂ ਪੂਰਾ ਕਰ ਦਿਆਂਗੇ। ਤੀਸਰੀ ਕੈਟਾਗਰੀ ਜ਼ਿਆਦਾ ਵੈਰਿਡ ਸੀ ਮੈਂ ਚੌਥੀ ਕੈਟਾਗਰੀ ਲਈ ਕਿ ਜਿਨ੍ਹਾਂ ਕੋਲ ਨਾ ਤਾਂ ਖਾਣ ਨੂੰ ਕੁਛ ਹੈਗਾ, ਨਾ ਰਹਿਣ ਨੂੰ ਕੁਛ ਹੈ, ਨਾ ਹੀ ਟਿਕਟ ਦੇ ਪੈਸੇ ਹੈ, ਕਿਉਂਕਿ ਜੋਬ ਹੀ ਨਹੀਂ ਲੱਗੀ ਉਹਨਾਂ ਦੀ ਉੱਥੇ। ਸੋ ਉਹਨਾਂ ਨੂੰ ਲਿਆਉਣਾ ਬਹੁਤ ਜ਼ਰੂਰੀ ਸੀ। ਸੁਸਾਈਡ ਵੀ ਉਹਨਾਂ 'ਚੋਂ ਬੰਦਿਆਂ ਨੇ ਕੀਤੇ ਜਿਹਨਾਂ ਨੇ। ਤੇ ਉਹ ਫਿਰ ਅਸੀਂ ਜਿਹੜੇ ਇਸ ਤਰੀਕੇ ਨਾਲ ਸ਼ੁਰੂ ਕੀਤਾ। ਸਰ ਤੁਹਾਡੇ ਕੰਮ ਬਹੁਤ ਜ਼ਿਆਦਾ ਹੈ ਔਰ ਬਹੁਤ ਜ਼ਿਆਦਾ ਅਸੀਂ ਇਹਦੇ ਉੱਤੇ ਹੋਰ ਚਰਚਾ ਕਰ ਸਕਦੇ ਹਾਂ। ਸਾਡੇ ਦਰਸ਼ਕਾਂ ਨੂੰ ਕੀ ਮੈਸੇਜ, ਕੀ ਸੰਦੇਸ਼ ਦੇਣਾ ਚਾਹੋਗੇ ਤਾਂ ਕਿ ਉਹ ਵੀ ਤੁਹਾਡੇ ਵਾਂਗਰ ਆਪਣੇ ਜੀਵਨ ਦੇ ਵਿੱਚ ਲੋਕਾਂ ਦੀ ਸੇਵਾ ਵਿੱਚ ਆਪਣੇ ਜੁੜ ਸਕਣ? ਦੇਖੋ, ਅੱਜ ਇੱਕੋ ਹੀ ਮੈਸੇਜ ਮੈਂ ਦੇ ਸਕਦਾ ਜੀ ਕਿ ਅੱਜ ਲੋੜ ਹੈ ਸਾਨੂੰ ਇੱਕ ਦੂਜੇ ਦੀ ਹੈਲਪ ਕਰਨ ਦੀ, ਕਿਉਂਕਿ ਕਰੋਨਾ ਵਾਇਰਸ ਕਰਕੇ ਬਹੁਤ ਲੋਕ ਬੇਰੁਜ਼ਗਾਰ ਹੋ ਗਏ ਨੇ, ਰੋਟੀਆਂ ਮੁਹਤਾਜ ਹੋ ਗਏ, ਦਵਾਈਆਂ ਨਹੀਂ ਲੈ ਸਕਦੇ। ਗੁਰੂ ਸਾਹਿਬ ਨੇ ਕਿਹਾ ਸੀ ਕਿ ਤੁਸੀਂ ਹਰ ਸਿੱਖ ਨੂੰ ਕਿਹਾ ਸੀ ਕਿ ਦਸਵੰਧ ਕੱਢੋ। ਉਹ ਦਸਵੰਧ ਕੱਢਣ ਦਾ ਮਤਲਬ ਹੀ ਇਹ ਸੀ ਕਿ ਜਿਹੜਾ ਤੁਸੀਂ ਆਪਣੀ ਕਮਾਈ ਵਿੱਚੋਂ 10% ਕੱਢੋਗੇ ਨਾ, ਉਹ ਕਿਸੇ ਗਰੀਬ ਦੇ ਮੂੰਹ 'ਚ ਪਵੇ। ਅੱਜ ਇਹ ਟਾਈਮ ਆ ਗਿਆ। ਮੈਂ ਇੱਕੋ ਰਿਕੁਐਸਟ ਕਰਨੀ ਚਾਹਾਂਗਾ ਕਿ ਜਿਹੜੀ ਸਾਡੀ ਇਨਕਮ ਹੈ, ਅਸੀਂ ਜੋ ਕਮਾ ਰਹੇ ਹਾਂ ਉਹ 'ਚ ਆਪਾਂ ਆਪਣਾ 10ਵਾਂ ਹਿੱਸਾ ਕੱਢ ਕੇ ਲੋੜਵੰਦ ਨੂੰ ਦਈਏ। ਕਿਸੇ ਨੂੰ ਰਾਸ਼ਨ ਨਹੀਂ ਹੈ ਤਾਂ ਰਾਸ਼ਨ ਪਹੁੰਚਾ ਦਈਏ, ਕਿਸੇ ਨੂੰ ਦਵਾਈ ਦੀ ਲੋੜ ਹੈ ਦਵਾਈ ਪਹੁੰਚਾ ਦਈਏ। ਇਸ ਤੋਂ ਵੱਡਾ ਪੁੰਨ ਦਾ ਕੰਮ ਕੋਈ ਨਹੀਂ ਹੈ। ਦੇਖੋ, ਇਹ ਵਾਹਿਗੁਰੂ ਨੇ ਅੱਜ ਜੋ ਕਰੋਨਾ ਵਾਇਰਸ ਚੱਲਿਆ ਨਾ ਜੀ, ਹਰ ਇਨਸਾਨ ਨੂੰ ਮੌਕਾ ਦੇ ਦਿੱਤਾ ਇੱਕ ਵੀ ਭਾਈ ਆਹ ਹੁਣ ਟਾਈਮ ਹੈਗਾ, ਹੁਣ ਤੇਰੇ ਚਾਂਸ ਦਿੱਤਾ ਗਿਆ ਕਿ ਹੁਣ ਤੂੰ ਸੇਵਾ ਕਰ ਸਕਦਾ ਹੈ। ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਸਰ। ਥੈਂਕ ਯੂ ਜੀ।